ਪੀਟੀਸੀ ਨਿਊਜ਼ ਤੇ ਯੂਐਸਏ ਮੁੱਦਾ ਦੇ ਵਿੱਚ ਫਿਰ ਸਾਡੇ ਦਰਸ਼ਕਾਂ ਦਾ ਸਵਾਗਤ ਹੈ। ਅਸੀਂ ਬੀਤੇ ਦਿਨ ਤੋਂ ਚਰਚਾ ਕਰ ਰਹੇ ਹਾਂ ਵਰਲਡ এনवायरमेंट ਡੇ ਨੂੰ ਸਿੱਖ এনवायरमेंट ਡੇ ਦੇ ਤੌਰ ਤੇ ਮਨਾਉਣ ਦੀ, ਔਰ ਉਹ ਖਾਸ ਤੌਰ ਤੇ ਉਦੋਂ ਮਨਾਉਣ ਦੀ ਜਦੋਂ ਅਸੀਂ 7ਵੇਂ ਸਿੱਖ ਗੁਰੂ ਹਰਿ ਸਾਹਿਬ ਦੇ ਗੁਰਪੁਰਬ ਮਨਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਕਿਉਂਕਿ ਇੱਕ ਚੌਗਿਰਦਾ ਪ੍ਰੇਮੀ ਦੇ ਤੌਰ ਤੇ ਉਹ ਜਾਣੇ ਜਾਂਦੇ ਸੀ। ਤਾਂ ਉਸ ਦਿਨ ਮਨਾਉਣ ਦੀ ਕੋਸ਼ਿਸ਼ ਦੀ ਕਾਲ ਇਕੋ ਸਿੱਖ ਵੱਲੋਂ ਦਿੱਤੀ ਗਈ ਹੈ। ਸਾਡੇ ਕੋਲ ਲੰਮਾ ਸਮਾਂ ਕੱਢ ਕੇ ਕਾਫੀ ਦੂਰੋਂ ਟਰੈਵਲ ਕਰਕੇ ਡਾਕਟਰ ਰਾਜਵੰਤ ਸਿੰਘ ਮੌਜੂਦ ਨੇ ਇੱਥੇ ਆਏ ਹੋਏ। ਡਾਕਟਰ ਸਾਹਿਬ ਇੱਕ ਵਾਰ ਫੇਰ ਥੈਂਕ ਯੂ, ਯੂ ਆਰ ਕੰਟੀਨਿਊਇੰਗ ਵਿਦ ਅਸ। ਬੀਤੇ ਐਪੀਸੋਡ ਤੋਂ ਅਸੀਂ ਅੱਜ ਇਸ ਗੱਲਬਾਤ ਨੂੰ ਜਾਰੀ ਰੱਖਦੇ ਹਾਂ ਔਰ 3 ਸਟੈਪਸ ਦੀ ਗੱਲ ਕਰ ਚੁੱਕੇ ਸੀ। ਡਾਕਟਰ ਸਾਹਿਬ ਮੈਂ ਇੱਕ ਵਾਰ ਯਾਦ ਕਰਾ ਦਵਾਂ, ਇਹਨਾਂ ਨੇ 3 ਸਟੈਪਸ ਵਿੱਚ ਜਿਹੜੀ ਸਭ ਤੋਂ ਪਹਿਲੀ ਗੱਲ ਕੀਤੀ ਸੀ ਗ੍ਰੀਨ ਦੀਵਾਨ ਲਾਉਣ ਦੀ ਗੱਲ ਕੀਤੀ ਸੀ, ਠੀਕ ਹੈ ਜੀ। ਸੈਕੰਡ ਹੈਗੀ ਆ ਇੱਕ ਗ੍ਰੀਨ ਕੈਂਪੇਨ ਦੀ, ਜਿਹਦੇ ਵਿੱਚ ਕੋਸ਼ਿਸ਼ ਕੀਤੀ ਜਾਵੇ ਬੱਚਿਆਂ ਤੋਂ ਲੈ ਕੇ ਵੱਡੇ ਤੱਕ ਦਰਖਤ ਲਾਉਣ ਔਰ ਉਹਦੀ ਕੇਅਰ ਕਰਨ, ਉਹਨੂੰ ਅਡਾਪਟ ਕਰਕੇ। ਤੀਸਰਾ ਇੰਪੋਰਟੈਂਟ ਸਟੈਪ ਇਹਨਾਂ ਨੇ ਕਿਹਾ ਸੀਗਾ ਨੇਚਰ ਵਾਕਸ, ਜਾਂ ਨੇਚਰ ਦੇ ਨਾਲ ਕਨੈਕਟ ਕਰਨਾ, ਕੁਦਰਤ ਵੱਲ ਨੂੰ ਜਾ ਕੇ, ਜਾਂ ਜੇ ਤੁਹਾਡੇ ਆਲੇ ਦੁਆਲੇ ਕੋਈ ਖੂਬਸੂਰਤੀ ਨਹੀਂ ਹੈ ਤਾਂ ਉਹਨੂੰ ਲੱਭਣ ਦੀ ਕੋਸ਼ਿਸ਼ ਕਰਨਾ। ਅਗਲਾ ਇੰਪੋਰਟੈਂਟ ਸਟੈਪ ਕੀ ਹੈ? ਅਸੀਂ ਇਹ ਕਹਿੰਦੇ ਹਾਂ ਕਿ ਜੀ ਗੁਰਦੁਆਰਿਆਂ ਤੋਂ ਸ਼ੁਰੂ ਕਰਕੇ ਤੇ ਅਸੀਂ ਘਰਾਂ ਦੇ ਵਿੱਚ ਵੀ, ਆਫਿਸਿਸ ਦੇ ਵਿੱਚ ਵੀ ਦੇਖੀਏ ਵੀ ਜਿਹੜਾ ਸਾਡਾ ਪਾਣੀ ਦੀ ਬਚਤ ਦਾ ਸਾਡੇ ਵਿੱਚ ਅਵੇਅਰਨੈਸ ਆਉਣੀ ਚਾਹੀਦੀ ਹੈ। ਜਿੱਦਾਂ ਤੁਸੀਂ ਕੇਪ ਟਾਊਨ ਦੀ ਗੱਲ ਕੀਤੀ ਹੈ, ਇਸ ਵੇਲੇ ਪਾਣੀ ਇੱਕ ਬਹੁਤ ਹੀ ਅਮੁੱਲ ਦਾਤ ਜਿਹੜੀ ਕਿ ਸਾਡੇ ਹੱਥੋਂ ਹੌਲੀ ਹੌਲੀ ਖੁਸ ਰਹੀ ਹੈ। ਇਹਦੀ ਅਵੇਅਰਨੈਸ ਜਦੋਂ ਤੱਕ ਗੁਰਦੁਆਰਾ ਸਾਹਿਬ ਤੋਂ ਨਹੀਂ ਅਸੀਂ ਸ਼ੁਰੂ ਕਰਾਂਗੇ ਸਾਡਾ ਕਲਿਆਣ ਨਹੀਂ ਹੋਣਾ। ਸੋ ਅਸੀਂ ਕਹਿੰਦੇ ਕਿ ਪਾਣੀ ਦੀ ਬਚਤ ਦੀ ਗੱਲ ਹੈ ਵੀ ਗੁਰਦੁਆਰਾ ਸਾਹਿਬ ਦੀ ਛੱਤਾਂ ਦੇ ਉੱਤੇ ਰੇਨ ਵਾਟਰ ਹਾਰਵੈਸਟਿੰਗ ਦਾ ਕੰਮ ਕੀਤਾ ਜਾਵੇ। ਹਾਂਜੀ, ਤੇ ਜਿੱਥੇ ਪਾਣੀ ਨੂੰ ਵੱਧ ਤੋਂ ਘੱਟ ਤੋਂ ਘੱਟ ਬਚਾ। ਹਾਂਜੀ, ਅਗਲੇ ਸਟੈਪ ਤੋਂ ਪਹਿਲਾਂ ਰੇਨ ਵਾਟਰ ਹਾਰਵੈਸਟਿੰਗ ਇੱਕ ਬਹੁਤ ਖੂਬਸੂਰਤ ਵਰਡ ਹੈ, ਬਹੁਤ ਇੰਪੋਰਟੈਂਟ ਚੀਜ਼ ਹੈ, ਪਰ ਸਾਨੂੰ ਪਤਾ ਹੀ ਨਹੀਂ ਹੈ ਆਮ ਲੋਕਾਂ ਨੂੰ ਬਿਲਕੁਲ ਕਿੱਦਾਂ ਕੀਤਾ ਜਾਣਾ। ਪਹਿਲਾਂ ਉਹ ਦੱਸੋ। ਹਾਂ, ਬੇਸਿਕਲੀ ਇਹ ਹੁੰਦਾ ਹੈ ਕਿ ਜਿੱਥੇ ਵੀ ਪਾਣੀ ਜਦੋਂ ਛੱਤ ਦੇ ਉੱਤੇ ਪੈਂਦਾ ਹੈ, ਉਹ ਪਾਣੀ ਜੇ ਉਹਨੂੰ ਤੁਸੀਂ ਨਹੀਂ ਕਿਤੇ ਬਚਾਉਂਦੇ, ਉਹਨੇ ਸਿੱਧਾ ਪਾਣੀ ਡਰੇਨ 'ਚ ਚਲੇ ਜਾਣਾ। ਹਾਂਜੀ, ਹੁਣ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ। ਦਰਬਾਰ ਸਾਹਿਬ ਦੇ ਉੱਤੇ ਸਾਰੇ ਦਿਨ ਦੇ ਵਿੱਚ 6 ਜਾਂ 7 ਵਾਰੀ ਫਰੈਸ਼ ਵਾਟਰ ਦੇ ਨਾਲ, ਫਰੈਸ਼ ਪਾਣੀ ਦੇ ਨਾਲ ਪਰਿਕਰਮਾ ਧੋਤੀ ਜਾਂਦੀ ਹੈ। ਸਿਮਿਲਰਲੀ ਸ਼ਹੀਦਾਂ ਦਾ ਗੁਰਦੁਆਰਾ ਤੁਸੀਂ ਲਾ ਲਓ, ਉੱਥੇ ਤਾਂ ਲੱਗੇ ਹੀ ਰਹਿੰਦੇ ਨੇ ਸਾਰਾ ਦਿਨ ਹੀ, ਉਹ ਪਰਿਕਰਮਾ ਧੋਈ ਜਾਂਦੇ ਨੇ ਜਾਂ ਜਿਹੜਾ ਫਰਸ਼ ਸਾਫ਼ ਕਰੀ ਜਾਂਦੇ ਨੇ ਫਰੈਸ਼ ਪਾਣੀ ਦੇ ਨਾਲ। ਤੁਸੀਂ ਦੱਸੋ ਵੀ ਉਹ ਸਾਰਾ ਪਾਣੀ ਡਰੇਨ ਦੇ ਵਿੱਚ ਜਾ ਰਿਹਾ, ਉਹਦੀ ਕੋਈ ਰੀਸਾਈਕਲਿੰਗ ਦਾ ਪ੍ਰੋਗਰਾਮ ਨਹੀਂ ਹੈ। ਇਸ ਵੇਲੇ ਤਰਨ ਸਾਹਿਬ ਦਾ ਜਿਹੜਾ ਸਰੋਵਰ ਹੈ, ਉਹਦੇ 'ਚ ਹਜ਼ਾਰਾਂ ਹੀ ਗੈਲਨ ਰੋਜ਼ ਵੇਸਟ ਹੋ ਰਿਹਾ। ਮੈਂ ਜਾ ਕੇ ਹੁਣ ਸਟੱਡੀ ਕਰਕੇ ਆਇਆ। ਮੈਨੇ ਉਹ ਸਭ ਤੋਂ ਵੱਡਾ ਸਰੋਵਰ ਹੈ ਦੁਨੀਆ ਦਾ। ਤੁਸੀਂ ਕਹਿ ਰਹੇ ਹੋ ਵੇਸਟ ਹੋ ਰਹੇ ਨੇ, ਹਾਂਜੀ, ਤੁਹਾਡੇ ਫਤਵੇ ਨਿਕਲ ਜਾਣੇ ਇਸ ਗੱਲ ਦੇ। ਨਹੀਂ, ਪਰ ਵੇਸਟ ਮੈਂ ਇਹ ਕਹਿ ਰਿਹਾ ਕਿ ਉਹ ਜਿਹੜਾ ਫਰੈਸ਼ ਵਾਟਰ ਹੈ, ਜਦੋਂ ਨਹੀਂ, ਵੈਲ ਮੈਂ ਤਾਂ ਇਹ ਕਹਿੰਦਾ ਵੀ ਜੇ ਤੁਸੀਂ ਉਹਨੂੰ ਧੋ ਰਹੇ ਹੋ, ਉਸ ਨੂੰ ਧੋ ਕੇ ਉਹਦੀ ਰੀਸਾਈਕਲਿੰਗ ਦਾ ਪ੍ਰੋਗਰਾਮ ਵੀ ਬਣਾਓ ਵੀ, ਤਾਂ ਕਿ ਉਹੀ ਪਾਣੀ ਨੂੰ ਅਸੀਂ ਬਚਾ ਕੇ ਕਿਤੇ ਬਾਗ 'ਚ ਸਿੱਟੋ ਜਾਂ ਕਿਤੇ ਕੋਈ ਖੇਤ 'ਚ ਪਾ ਦਿਓ, ਤਾਂ ਕਿ ਉਹ ਡਰੇਨ 'ਚ ਨਾ ਜਾਵੇ। ਦਰਬਾਰ ਸਾਹਿਬ ਦੇ ਸਰੋਵਰ ਦੀ ਪਾਣੀ ਦੀ ਸਫਾਈ ਵਾਸਤੇ ਫਿਲਟਰ ਲੱਗੇ ਨੇ, ਲੰਗਰ ਦੇ ਅੰਦਰ ਪ੍ਰਸ਼ਾਦੇ ਛੇਤੀ ਬਣ ਜਾਣ ਇਹਦੇ ਵਾਸਤੇ ਮਸ਼ੀਨਾਂ ਲੱਗੀਆਂ ਨੇ। ਕੁਝ ਸਟੈਪਸ ਅਸੀਂ ਟੈਕਨੀਕਲੀ ਸਟਰੋਂਗ ਲਏ ਨੇ, ਪਰ ਜਿਹੜਾ ਸਟੈਪ ਸਾਡੀ ਜ਼ਿੰਦਗੀ ਜਾਂ ਸਾਡਾ ਫਿਊਚਰ ਬਚਾਉਣ ਵਾਲਾ, ਜਿਹੜਾ ਡਾਕਟਰ ਸਾਹਿਬ ਕਹਿ ਰਹੇ ਨੇ, ਉਹਦੇ 'ਚ ਅਸੀਂ ਟੈਕਨੀਕਲੀ ਵੀਕ ਹਾਂ। ਬਿਲਕੁਲ, ਜਿਹੜਾ ਛੱਤਾਂ ਦੇ ਉੱਤੇ ਪਾਣੀ ਪੈਂਦਾ, ਮੈਂ ਤਾਂ ਕਹਿੰਦਾ ਵੀ ਕਾਰ ਸੇਵਾ ਵਾਲੇ ਬਾਬਾ ਜੀ ਹੁਣਾਂ ਨੂੰ ਸਾਰਿਆਂ ਨੂੰ ਰਿਕੁਐਸਟ ਹੈ ਵੀ ਜਿੰਨੀ ਕੰਸਟਰਕਸ਼ਨ ਪੰਜਾਬ 'ਚ ਹੋ ਰਹੀ ਹੈ, ਜਿੰਨੇ ਸਾਡੀਆਂ ਸਰਾਵਾਂ ਬਣ ਰਹੀਆਂ ਨੇ, ਉਹਦੇ 'ਚ ਰੇਨ ਵਾਟਰ ਹਾਰਵੈਸਟਿੰਗ ਦਾ ਮੁੱਦਾ ਬਣਾਓ। ਹੁਣ ਮੈਂ ਇੱਥੇ ਆਪਣਾ ਜਿਹੜਾ ਇੱਕ ਛੋਟਾ ਜਿਹਾ ਆਈਲੈਂਡ ਹੈ ਸਾਊਥ ਅਮਰੀਕਾ ਦੇ ਵਿੱਚ, ਉਹਦੇ ਵਿੱਚ ਆਈਲੈਂਡ ਦੇ ਵਿੱਚ ਉਹਨਾਂ ਨੇ ਲਾਅ ਪਾਸ ਕੀਤਾ ਵੀ ਕੋਈ ਵੀ ਛੱਤ ਉੱਥੇ ਬਣ ਨਹੀਂ ਸਕਦੀ ਜੇ ਰੇਨ ਵਾਟਰ ਹਾਰਵੈਸਟਿੰਗ ਦਾ ਉੱਥੇ ਨਹੀਂ ਹੈਗਾ, ਵੀ ਹਰ ਪਾਣੀ ਦੀ ਬੂੰਦ ਨੂੰ ਬਚਾਉਣ ਦਾ ਤਰੀਕਾ ਹੋਣਾ ਚਾਹੀਦਾ। ਸੋ ਇਹੀ ਸਾਡੇ ਵਿੱਚ ਕੌਨਸ਼ੀਅਸਨੈਸ ਹੋਣੀ ਚਾਹੀਦੀ ਹੈ, ਆਵਾਜ਼ ਸਾਨੂੰ ਗੁਰਦੁਆਰਿਆਂ ਤੋਂ ਉਠਾਉਣੀ ਚਾਹੀਦੀ। ਜਦੋਂ ਅਸੀਂ ਕੇਪ ਟਾਊਨ ਦੀ ਗੱਲ ਕਰਦੇ ਹਾਂ, ਅਸੀਂ ਗੁੜਗਾਉਂ ਵੀ ਯਾਦ ਰੱਖ ਲਈਏ। 3 ਸਾਲ ਪਹਿਲਾਂ ਸੁਪਰੀਮ ਕੋਰਟ ਨੇ, 4 ਸਾਲ ਪਹਿਲਾਂ ਸੁਪਰੀਮ ਕੋਰਟ ਨੇ ਗੁੜਗਾਉਂ ਦੀ ਸਾਰੀ ਕੰਸਟਰਕਸ਼ਨ ਤੇ ਰੋਕ ਲਾਤੀ, ਕਿਉਂਕਿ ਜ਼ਮੀਨੀ ਪਾਣੀ ਮੁੱਕ ਗਿਆ ਸੀ। ਸੋ ਇਹ ਹਾਲਾਤ ਆਉਣ ਵਾਲੇ ਨੇ, ਪੰਜਾਬ ਤੋਂ ਦੂਰ ਨਹੀਂ ਹੈਗੇ ਜਾਂ ਹੋਰ ਥਾਵਾਂ ਤੋਂ ਦੂਰ ਨਹੀਂ ਹੈਗੇ, ਜਿੱਥੇ ਨਿਊਯਾਰਕ 'ਚ ਜਾਂ ਹਰ ਥਾਂ ਤੇ, ਕੈਨੇਡਾ ਜਾਂ ਕਿਸੇ ਵੀ ਹੋਰ ਸਿਟੀ ਦੇ ਵਿੱਚ ਬੈਠੇ ਦੇਖ ਰਹੇ ਹੋ। ਸੋ ਦੈਟਸ ਵੈਰੀ ਕਰੈਕਟ, ਸਾਨੂੰ ਰੇਨ ਵਾਟਰ ਹਾਰਵੈਸਟਿੰਗ ਦੀ ਲੋੜ ਹੈ। ਸਾਫ਼ ਪਾਣੀ ਸਾਡੀਆਂ ਛੱਤਾਂ ਤੋਂ ਵਹਿ ਕੇ ਸਾਡੇ ਡਰੇਨਸ ਦੇ ਵਿੱਚੋਂ ਨਿਕਲ ਹੀ ਜਾ ਰਿਹਾ ਆ, ਕੋਈ ਨਹੀਂ ਰੋਕ ਰਿਹਾ, ਸਾਨੂੰ ਸਰਕਾਰਾਂ ਨਹੀਂ ਰੋਕ ਰਹੀਆਂ। ਬਿਲਕੁਲ, ਇਹ ਤਾਂ ਅਵੇਅਰਨੈਸ ਦੇ ਨਾਲ ਹੀ ਹੋਣਾ ਜੀ। ਯਾਰ ਉਹਦੇ ਵਿੱਚ ਤੁਸੀਂ ਜਿਹੜਾ ਉਹ ਪਾਣੀ ਹੈ, ਤੁਸੀਂ ਆਪਣੀ ਕਾਰਾਂ ਨੂੰ ਧੋਣ ਲਈ ਯੂਜ਼ ਹੋ ਸਕਦਾ ਹੈ, ਤੁਹਾਨੂੰ ਬਾਗਬਾਨੀ ਲਈ ਤੁਹਾਡੇ ਲਈ ਕੰਮ ਆ ਸਕਦਾ ਹੈ, ਤੁਸੀਂ ਹਰ ਚੀਜ਼ ਲਈ ਵਰਤ ਸਕਦੇ ਹੋ। ਇੱਕ ਚੀਜ਼ ਮੈਨੂੰ ਦੱਸੋ, ਆਮ ਤੌਰ ਤੇ ਲੋਕ ਕਹਿੰਦੇ ਨੇ ਪੰਜਾਬ 'ਚ ਇੰਨੇ ਤਾਂ ਖੇਤ ਨੇ, ਪਾਣੀ ਤਾਂ ਬਾਰਿਸ਼ ਦਾ ਆਪਣੇ ਆਪ ਸੇਵ ਹੋ ਰਿਹਾ ਆ, ਤਾਂ ਫਿਰ ਸ਼ਹਿਰਾਂ 'ਚ ਬਚਾਉਣ ਦੀ ਕੀ ਲੋੜ ਹੈ? ਉਹ ਕੀ ਫਰਕ ਹੈ? ਦੇਖੋ, ਹਰ ਸ਼ਹਿਰ ਦੇ ਵਿੱਚ ਜਿਹੜੇ ਹੁਣ ਅੰਮ੍ਰਿਤਸਰ ਸ਼ਹਿਰ ਦੀ ਮੈਂ ਤੁਹਾਨੂੰ ਗੱਲ ਦੱਸਦਾ। ਅੰਮ੍ਰਿਤਸਰ ਸ਼ਹਿਰ ਦਾ ਜਿਹੜਾ ਪਾਣੀ ਹੈ ਇਸ ਵੇਲੇ ਤਕਰੀਬਨ 400 ਫੁੱਟ ਥੱਲੇ ਜਾ ਚੁੱਕਿਆ,
ਤੇ ਤੁਸੀਂ ਲੱਖ ਬੰਦਾ ਉੱਥੇ ਰੋਜ਼ ਆ ਕੇ ਲੰਗਰ ਉੱਥੇ ਦਰਬਾਰ ਸਾਹਿਬ ਆਉਂਦਾ ਹੈ, ਲੰਗਰ ਛਕਦਾ ਹੈ, ਪਾਣੀ ਵਰਤਦਾ ਹੈ, ਕੱਪੜੇ ਧੋਂਦਾ ਹੈ, ਨਿਸ਼ਾਨ, ਉਹ ਪਾਣੀ ਕਿੱਥੋਂ ਕਿੰਨੀ ਕੁ ਦੇਰ ਆਈ ਜਾਊਗਾ, ਕਿੱਥੇ ਕਿਸ ਲੈਵਲ ਤੱਕ ਉਹਨੂੰ ਬਚਾ ਸਕਦੇ ਹਾਂ ਅਸੀਂ ਜੇ ਇਸ ਗੱਲ ਦੀ ਅਵੇਅਰਨੈਸ ਨਹੀਂ ਆਉਂਦੀ। ਹੁਣ ਪੰਜਾਬ ਦੇ ਬਾਕੀ ਥਾਵਾਂ ਦੀ ਵੀ ਮੈਂ ਤੁਹਾਨੂੰ ਦੱਸ ਦੇਵਾਂ, ਆ ਪਿਛਲੀ ਇਲੈਕਸ਼ਨ ਤੋਂ ਪਹਿਲਾਂ 1.25 ਲੱਖ ਨਿਊ ਟਿਊਬਵੈਲ ਕਨੈਕਸ਼ਨਸ ਦੀ ਰਿਕੁਐਸਟ ਆਈ ਹੋਈ ਸੀ ਫਾਰਮਰਸ ਵੱਲੋਂ। ਦੱਸੋ ਇਹ ਕਿੱਥੇ ਪਾਣੀ ਅਸੀਂ ਬਚਾ ਸਕਾਂਗੇ। ਔਰ ਇਹ ਹਾਲਾਤ ਕੱਲੇ ਪੰਜਾਬ ਦੇ ਨਹੀਂ ਆ, ਕੈਲੀਫੋਰਨੀਆ ਦੇ ਵਿੱਚ ਪੀਣ ਵਾਲਾ ਪਾਣੀ ਜਿਹੜਾ ਉਹ ਐਕੁਆਫਰ ਲੈਵਲ ਤੇ ਪਹੁੰਚ ਗਿਆ। ਐਕੁਆਫਰ ਉਹ ਹੁੰਦੇ ਨੇ ਜਿਹੜੇ ਸਾਡੇ ਕੁਦਰਤੀ ਪਾਣੀ ਦੇ ਸਭ ਤੋਂ ਗਹਿਰੇ ਸਰੋਤ ਨੇ, ਔਰ ਕੈਲੀਫੋਰਨੀਆ ਦੇ ਵਿੱਚ ਮੇਰੀ ਜਾਣਕਾਰੀ ਕਿਉਂਕਿ ਇਹ ਆ ਕਿ 1500 ਫੁੱਟ ਤੋਂ ਗਹਿਰੀ ਖੁਦਾਈ ਹੋ ਰਹੀ ਪੀਣ ਵਾਲੇ ਪਾਣੀ ਵਾਸਤੇ, ਰਾਈਟ? ਬਿਲਕੁਲ। ਤੁਸੀਂ ਦੇਖੋ ਜੀ, ਨਾਸਾ ਨੇ ਸੈਟੇਲਾਈਟ ਟਾਈਮ ਪਿਕਚਰਸ ਇੰਟਰਨੈਟ ਦੇ ਉੱਤੇ ਕੱਢ ਕੇ ਦੇਖ ਲਿਓ, ਕੈਲੀਫੋਰਨੀਆ ਤੇ ਪੰਜਾਬ ਇਹ ਦੋ ਸਭ ਤੋਂ ਮੋਸਟ ਉਪਜਾਊ ਇਲਾਕੇ ਨੇ ਦੁਨੀਆ ਦੇ। ਹਾਂਜੀ, ਔਰ ਕੈਲੀਫੋਰਨੀਆ ਸਾਰੀ ਅਮਰੀਕਾ ਦੀ ਜਿਹੜੀ ਫਾਰਮਿੰਗ ਨੂੰ ਸਪੋਰਟ ਕਰਦਾ ਤੇ ਪੰਜਾਬ ਸਾਰੇ ਹਿੰਦੁਸਤਾਨ ਦਾ। ਦੋ ਮੋਸਟ ਪੋਪੂਲੇਟਡ ਦੇਸ਼ਾਂ ਦੇ ਜਿਹੜੇ ਦੋ ਰੀਜਨਸ ਨੇ ਉਹਨਾਂ ਦੇ ਉੱਤੇ ਰੈੱਡ ਪੂਰਾ ਉਹਨਾਂ ਨੇ ਦਿਖਾਇਆ ਵੀ ਇਹ ਪਾਣੀ ਦਾ ਲੈਵਲ ਕਿੰਨਾ ਥੱਲੇ ਜਾ ਚੁੱਕਿਆ। ਸੋ ਅਮਰੀਕਾ ਵਾਲਿਓ ਤੁਸੀਂ ਵੀ ਸੁਰੱਖਿਅਤ ਨਹੀਂ ਹੈਗੇ, ਤੁਸੀਂ ਚੁੱਕਲੀ ਪੰਜਾਬ ਦੀ ਗੱਲ ਕਰ ਰਹੇ ਹਾਂ। ਬਿਲਕੁਲ। ਮੈਂ ਉਹ ਚੌਥੇ ਸਟੈਪ ਨੂੰ ਹਾਫਵੇ ਰੋਕ ਕੇ ਡਾਕਟਰ ਨਾਲ ਗੱਲਾਂ ਕਰਨ ਲੱਗਿਆ ਸੀ। ਸੋ ਤੁਸੀਂ ਜਿਹੜੀ ਗੁਰਦੁਆਰਿਆਂ ਦੇ ਜ਼ਰੀਏ ਪਾਣੀ ਬਚਾਉਣ ਦੀ ਗੱਲ, ਪਾਣੀ ਬਚਤ ਦੀ ਗੱਲ ਹੈ ਜੀ, ਪਾਣੀ ਨੂੰ ਰੀਸਾਈਕਲਿੰਗ ਕੀਤਾ ਜਾਵੇ, ਪਾਣੀ ਦਾ ਜਿਹੜਾ ਬਚਾਅ, ਪਹਿਲਾਂ ਰੇਨ ਹਾਰਵੈਸਟਿੰਗ, ਹਾਂਜੀ ਰੇਨ ਵਾਟਰ ਹਾਰਵੈਸਟਿੰਗ, ਤੇ ਜਿੱਥੇ ਕੋਈ ਟੂਟੀ, ਹੁਣ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ, ਮੈਂ ਉੱਥੇ ਗਿਆ ਤਰਨਤਾਰਨ ਸਾਹਿਬ ਗੁਰਦੁਆਰਾ ਸਾਹਿਬ, ਉੱਥੇ 2 ਟੂਟੀਆਂ ਖੁੱਲੀਆਂ, ਮਤਲਬ ਉਹ ਪਾਣੀ ਟਿਪ ਕਰੀ ਜਾ ਰਿਹਾ। ਹਾਂਜੀ, ਇਸੇ ਤਰ੍ਹਾਂ ਮੈਂ ਲੁਧਿਆਣੇ ਉੱਥੇ ਗਿਆ, ਆਪਣਾ ਕੋਈ ਉਹਨਾਂ ਦਾ ਜਿਹੜਾ ਉੱਥੇ ਸਟੇਡੀਅਮ ਹੈਗਾ, ਪਾਣੀ ਫੁੱਲ ਪਾਰ ਦੇ ਉੱਤੇ, ਉਹਦੇ ਚ ਹੈ ਹੀ ਨਹੀਂ, ਵਾਸ਼ਰ ਹੀ ਨਹੀਂ ਹੈਗੀ। ਮੈਂ ਕਾਲ ਕੀਤੀ, ਸੋ ਮਤਲਬ ਇਫੈਕਟਿਵ ਮੰਨਿਆ ਜਾਂਦਾ ਹੈ, ਪਰ ਉਹਦੇ ਵਾਸਤੇ ਫਿਰ ਲੋਕੀ ਪੈਸੇ ਦੀ ਕਮੀ ਕਰਕੇ ਨਹੀਂ ਲਾਉਂਦੇ। ਨਹੀਂ, ਉਹ ਵੀ ਮੈਂ ਵੀਰ ਜੀ ਤੁਹਾਨੂੰ ਦੱਸ ਦਿੰਦਾ ਕਿ ਅਸੀਂ ਉੱਥੇ ਸਾਡੇ ਪੂਰਾ ਪਲਾਨ ਤਿਆਰ ਹੈਗਾ। ਤੁਸੀਂ 15,000 ਤੋਂ ਘੱਟ ਰੁਪਈਏ ਦੇ ਨਾਲ ਆਪਣੇ ਘਰ ਤੁਸੀਂ ਡ੍ਰਿਪ ਸਾਰਾ ਜਿਹੜਾ ਫਾਰਮਿੰਗ ਕਰ ਸਕਦੇ ਹੋ, ਜਿਹਦੇ ਵਿੱਚ ਤੁਸੀਂ ਸਬਜ਼ੀਆਂ ਉਗਾ ਸਕਦੇ ਹੋ, ਸਾਗ ਉਗਾ ਸਕਦੇ ਹੋ, ਹਰ ਕਿਸਮ ਦਾ ਜਿਹੜਾ ਲੈਟਸ ਉਗਾ ਸਕਦੇ ਹੋ। ਤੁਸੀਂ ਪਰਸਨਲੀ ਕਰ ਰਹੇ ਹੋ? ਅਸੀਂ ਖੁਦ ਉੱਥੇ ਇਹ ਪ੍ਰੈਜ਼ੈਂਟ ਕਰ ਰਹੇ ਹਾਂ। ਪੂਰੀ ਇੱਕ ਵੀਡੀਓ ਪਾਈ ਹੈ ਜਿਹਦੇ ਵਿੱਚ ਸਕਸੈਸਫੁਲ ਦਿਖਾਇਆ ਹੋਇਆ ਹੈ ਕਿ ਹਰ ਚੀਜ਼ ਉੱਥੇ ਉਗਾਈ ਜਾ ਸਕਦੀ ਹੈ। ਤੁਸੀਂ ਧਨੀਆ ਤੋਂ ਲੈ ਕੇ ਤੇ ਪੁਦੀਨਾ ਤੋਂ ਲੈ ਕੇ ਐਕਸੈਸ ਕੀਤਾ ਜਾ ਸਕਦਾ ਇਸ ਵੀਡੀਓ ਨੂੰ। ਇਹ ਵੀਡੀਓ ਤੁਸੀਂ ਈਕੋਸਿਕ ਦੀ ਵੈਬਸਾਈਟ ਦੇ ਉੱਤੇ ਜਾਓ ਜਾਂ ਈਕੋਸਿਕ ਦੇ ਫੇਸਬੁੱਕ ਪੇਜ ਤੇ ਜਾਓ, ecosic.org। ਹਾਂਜੀ, ecosic.org ਦੇ ਉੱਤੇ ਜਾ ਕੇ ਤੁਸੀਂ ਜਾਣਕਾਰੀ ਹਾਸਲ ਕਰ ਸਕਦੇ ਹੋ। ਤੁਪਕਾ ਸਿੰਚਾਈ ਜਿਹਨੂੰ ਅਸੀਂ ਕਹਿੰਦੇ ਹਾਂ, ਡ੍ਰਿਪ ਇਰੀਗੇਸ਼ਨ, ਬਿਲਕੁਲ, ਉਹਦੇ ਜ਼ਰੀਏ ਅਸੀਂ ਪਾਣੀ ਕਿੱਦਾਂ ਬਚਾਉਣਾ। ਸੋ ਚੌਥੇ ਕਦਮ ਤੋਂ ਅਸੀਂ ਗਾਂਹ ਚਲੀਏ। ਹਾਂਜੀ, ਜਿਹੜਾ 6ਵਾਂ ਹੈ ਜੀ ਕਿ ਜਿਹੜੀ ਪੰਜਵਾਂ ਸਟੈਪ ਦੇ ਵਿੱਚ ਅਸੀਂ ਇਹ ਕਹਿੰਦੇ ਹਾਂ ਕਿ ਜਿਹੜਾ ਜਿੱਦਾਂ ਹੁਣ ਗੁਰਦੁਆਰਾ ਸਾਹਿਬ ਦੇ ਵਿੱਚ ਜਦੋਂ ਤੁਸੀਂ ਲੰਗਰ ਛਕਾਉਂਦੇ ਹੋ, ਉਹਨੂੰ ਅਸੀਂ ਆਰਗੈਨਿਕ ਕਰੀਏ। ਹਾਂਜੀ, ਅਸੀਂ ਜਿਹੜਾ ਕੈਮੀਕਲ ਜਿਹੜਾ ਨਾਲ ਵਰਤੀ ਹੋਈ ਚੀਜ਼ ਜਿਹੜੀ ਉਗਾਈ ਗਈ ਹੈ ਉਹਨੂੰ ਨਾ ਵਰਤੀਏ, ਕਿਉਂਕਿ ਜਿਹੜਾ ਲੰਗਰ ਹੋਣਾ ਚਾਹੀਦਾ ਉਹ ਪੌਸ਼ਟਿਕ ਹੋਣਾ ਚਾਹੀਦਾ ਤੇ ਸਰੀਰ ਨੂੰ ਨੁਕਸਾਨ ਨਾ ਪਹੁੰਚਾਉਣ ਵਾਲਾ ਹੋਣਾ ਚਾਹੀਦਾ। ਪਰ ਅਸੀਂ ਕਦੀ ਇਸ ਗੱਲ ਬਾਰੇ ਧਿਆਨ ਹੀ ਨਹੀਂ ਕਰਦੇ। ਇਹਦੇ ਨਾਲ ਫਾਇਦਾ ਇਹ ਹੋਏਗਾ, ਈਵਨ ਅਮਰੀਕਾ ਦੇ ਵਿੱਚ ਵੀ ਜੇ ਹੁਣ ਗੁਰਦੁਆਰਾ ਸਾਹਿਬ ਦੀ ਜਿਹੜੀ ਪਾਰਟਨਰਸ਼ਿਪ ਹੋ ਜਾਂਦੀ ਹੈ ਜਾਂ ਹਿੰਦੁਸਤਾਨ ਦੇ ਵਿੱਚ ਵੀ ਫਾਰਮਰਸ ਦੇ ਨਾਲ ਅਸੀਂ ਲੰਗਰ ਲਈ ਆਪਣੀ ਰਸਦ ਖਰੀਦਣੀ ਹੈ। ਪਰ ਜੇ ਤੁਸੀਂ ਰਸਦ ਉਸ ਇਸ ਵੇਲੇ GST ਨਾਲ ਲੜਾਈ ਕਰਨੀ ਪੈ ਰਹੀ ਹੈ, ਪਹਿਲਾਂ ਬਜਟ ਹਿੱਲ ਗਏ ਨੇ, ਆਰਗੈਨਿਕ ਫੂਡ ਤਾਂ ਹੋਰ ਮਹਿੰਗਾ ਹੈ। ਨਹੀਂ ਜੀ, ਮੈਂ ਇਹੀ ਤਾਂ ਤੁਹਾਨੂੰ ਦੱਸਣਾ ਚਾਹੁੰਦਾ ਜੀ, ਇਹ ਤੁਹਾਡੇ ਦਰਸ਼ਕਾਂ ਨੂੰ ਇਸ ਗੱਲ ਸਮਝਾਉਣਾ ਚਾਹੁੰਦੇ ਹਾਂ। ਅਸੀਂ SGPC ਨਾਲ 2 ਸਾਲ ਪੂਰਾ ਕੰਮ ਕਰਦੇ ਰਹੇ, ਉਹਨਾਂ ਦੇ ਪ੍ਰੈਸ਼ਰ ਪਾਇਆ ਕਿ ਦਰਬਾਰ ਸਾਹਿਬ ਦਾ ਲੰਗਰ ਆਰਗੈਨਿਕ ਕਰੋ। ਨਹੀਂ ਮੰਨਦੇ ਸੀ, ਬਿਊਰੋਕ੍ਰੇਸੀ ਸੀ, ਐਗਜ਼ੈਕਟਿਵ ਨਾਲ ਗੱਲ ਕੀਤੀ, ਫਿਰ ਮੱਕੜ ਸਾਹਿਬ ਦੇ ਉੱਤੇ ਨਾਲ ਕਾਫੀ ਗੱਲਬਾਤ ਕਰਨ ਤੋਂ ਬਾਅਦ ਉਹਨਾਂ ਨੇ 5 ਏਕੜ ਐਜ਼ ਏ ਟਰਾਇਲ ਸ਼ੁਰੂ ਕੀਤੀ, ਜਿਹੜੀ ਉੱਥੋਂ ਅੰਮ੍ਰਿਤਸਰ ਦੇ ਵਿੱਚ ਇਹਨਾਂ ਦਾ ਸ਼ਤਲਾਣੀ ਸਾਹਿਬ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਉੱਤੇ। ਮੈਂ ਪਿਛਲੇ ਸਾਲ ਨਵੰਬਰ ਦੇ ਵਿੱਚ ਖੁਦ ਜਾ ਕੇ ਉੱਥੇ ਜਾ ਕੇ ਦੇਖਿਆ। ਹੁਣ 5 ਤੋਂ 13 ਏਕੜ ਬਣ ਚੁੱਕੀ ਹੈ। ਉੱਥੋਂ ਦੀ ਉਗਾਈ ਹੋਈ ਜਿਹੜੀ ਆਰਗੈਨਿਕ ਦਾਲ, ਸਬਜ਼ੀ, ਮਸਾਲੇ, ਅਦਰਕ, ਲਸਣ, ਸਾਰਾ ਪਿਆਜ਼ ਉੱਥੋਂ ਜਿਹੜਾ ਆਇਆ ਹੈ, ਉਹਦੇ ਨਾਲ ਸ਼੍ਰੋਮਣੀ ਕਮੇਟੀ ਦੇ ਸਾਰੇ ਸਾਲ ਦੇ ਲੰਗਰ ਦੇ ਵਿੱਚ 8.5 ਲੱਖ ਰੁਪਈਆ ਦਾ ਫਾਇਦਾ ਹੋਇਆ। ਔਰ ਉਹਨਾਂ ਮੈਨੂੰ ਰਸੀਦਾਂ ਦਿਖਾਈਆਂ ਨੇ। ਪਰ ਇਸ ਗੱਲ ਦਾ ਹੁਣ ਪਬਲਿਸਾਈਜ਼ ਕਰਨਾ ਜ਼ਿਆਦਾ ਜ਼ਰੂਰੀ ਹੈ। ਬਿਲਕੁਲ, ਇਹ ਤਾਂ ਹੁਣ SGPC ਦੀ ਜ਼ਿੰਮੇਵਾਰੀ ਹੈ। ਇਹ ਤਾਂ ਬ੍ਰੇਕਿੰਗ ਨਿਊਜ਼ ਵਰਗੀ ਸਿਚੁਏਸ਼ਨ ਹੈ ਜਿਹਦੇ ਵਿੱਚ ਅਸੀਂ ਅੱਜ ਇਹ ਜਾਣ ਰਹੇ ਹਾਂ ਕਿ ਕਿੱਡੇ ਵੱਡੇ ਪੱਧਰ ਦੇ ਉੱਤੇ ਲੰਗਰ ਆਰਗੈਨਿਕ ਹੋ ਗਿਆ ਆ ਔਰ ਪੈਸੇ ਦੀ ਵੀ ਬਚਤ ਹੋ ਰਹੀ ਹੈ। ਸੋ ਦੈਟਸ ਅ ਵੈਰੀ ਇੰਪੋਰਟੈਂਟ ਇਨਫੋਰਮੇਸ਼ਨ। ਬਿਲਕੁਲ, ਥੈਂਕ ਯੂ। ਇੱਕ ਛੋਟੀ ਜਿਹੀ ਬ੍ਰੇਕ ਦੇ ਲਈ ਅਸੀਂ ਰੁਕਣਾ ਹੈ, ਬਾਕੀ ਕਿਹੜੇ ਕਦਮ ਨੇ ਉਹਦੇ ਬਾਰੇ ਗੱਲ ਕਰਾਂਗੇ ਔਰ ਥੋੜਾ ਜਿਹਾ ਹੋਰ ਡਿਟੇਲ ਦੇ ਵਿੱਚ ਜਾਣਾਂਗੇ। ਆਰਗੈਨਿਕ ਖੇਤੀ ਕਿੰਨੀ ਮਹਿੰਗੀ, ਕਿੰਨੀ ਸਸਤੀ ਹੈ, ਇਹਦੇ ਬਾਰੇ ਥੋੜੀ ਜਿਹੀ ਜਾਣਕਾਰੀ ਹੋਰ ਦੇਣੀ ਜ਼ਰੂਰੀ ਹੈ। ਬ੍ਰੇਕ ਤੋਂ ਬਾਅਦ ਵਾਪਸ ਮੁੜਦੇ ਹਾਂ।
ਬ੍ਰੇਕ ਤੋਂ ਬਾਅਦ ਚਰਚਾ ਦਾ ਸਿਲਸਿਲਾ ਫੇਰ ਜਾਰੀ ਹੈ, ਔਰ ਬ੍ਰੇਕ ਤੋਂ ਪਹਿਲਾਂ ਡਾਕਟਰ ਰਾਜਵੰਤ ਸਾਨੂੰ ਜਾਣਕਾਰੀ ਦੇ ਕੇ ਹਟੇ ਨੇ। ਬਹੁਤ ਸਾਰੇ ਲੋਕਾਂ ਨੂੰ ਉਸ ਗੱਲ ਦਾ ਨਹੀਂ ਪਤਾ ਹੋਣਾ ਕਿ ਦਰਬਾਰ ਸਾਹਿਬ ਜੋ ਲੰਗਰ ਛਕ ਰਹੇ ਹੋ ਤੁਸੀਂ, ਨਾ ਸਿਰਫ ਉਹਨੂੰ ਦੁਨੀਆ ਭਰ ਦੇ ਮੀਡੀਆ ਨੇ ਦੁਨੀਆ ਦੀ ਸਭ ਤੋਂ ਵੱਡੀ ਕਿਚਨ ਦੇ ਤੌਰ ਤੇ ਪਬਲਿਸਾਈਜ਼ ਵੀ ਕੀਤਾ ਆ, ਸਾਨੂੰ ਤਾਂ ਉਹਦਾ ਪਤਾ ਹੀ ਹੈ, ਪਰ ਇੱਕ ਵੱਡਾ ਫੈਕਟਰ ਕਿ SGPC ਨੇ 13 ਏਕੜ ਜ਼ਮੀਨ ਦੇ ਉੱਤੇ ਆਰਗੈਨਿਕ ਖੇਤੀ ਸ਼ੁਰੂ ਕਰਾਈ ਹੋਈ ਹੈ, ਔਰ ਜੋ ਲੰਗਰ ਤੁਸੀਂ ਖਾ ਰਹੇ ਹੋ ਬਹੁਤ ਵੱਡੇ ਪੱਧਰ ਤੇ ਆਰਗੈਨਿਕ ਹੋ ਚੁੱਕਿਆ ਹੈ। ਪਰ ਬਹੁਤ ਸਾਰੇ ਲੋਕਾਂ ਦੇ ਦਿਮਾਗ 'ਚ ਇਹ ਡਾਊਟ ਹੈ, ਔਰ ਇਹ ਕਈ ਥਾਵਾਂ ਦੇ ਉੱਤੇ ਜੇ ਤੁਸੀਂ ਮਾਰਕੀਟ ਦੇ ਵਿੱਚ ਸ਼ੈਲਫ ਜਾ ਕੇ ਦੇਖਦੇ ਹੋ, ਆਰਗੈਨਿਕ ਚੀਜ਼ਾਂ ਆਮ ਤੌਰ ਤੇ ਰੈਗੂਲਰ ਚੀਜ਼ ਦੇ ਨਾਲੋਂ 1.5 ਤੋਂ 2 ਗੁਣਾ ਮਹਿੰਗੀਆਂ ਹੁੰਦੀਆਂ ਨੇ। ਉਹਦਾ ਸੋਲੂਸ਼ਨ ਕਿੱਦਾਂ ਕੀਤਾ ਜਾਏ? ਦੇਖੋ ਜੀ, ਮੈਂ ਇਹੀ ਤਾਂ ਗੱਲ ਸਮਝਾਉਣਾ ਚਾਹੁੰਦਾ ਵੀ ਜਿਹੜਾ ਅਸੀਂ ਇਹ ਸਾਰਾ ਉੱਥੇ ਕੈਲਕੂਲੇਟ ਕੀਤਾ ਹੈਗਾ, ਜਿਹੜਾ ਫਾਰਮਰ ਜਿਹਦੇ ਕੋਲ 2 ਤੋਂ 3 ਏਕੜ ਜਾਂ 5 ਏਕੜ ਜ਼ਮੀਨ ਹੈ, ਉਹ ਜਿਹੜੀ ਵੀ ਚੀਜ਼ ਉਗਾਉਂਦਾ ਹੈਗਾ, ਭਾਵੇਂ ਝੋਨਾ ਲਾ ਲਓ ਭਾਵੇਂ ਜੋ ਵੀ ਹੈ, ਉਹਦੇ 'ਚ ਉਹਨੂੰ ਕੋਈ ਫਾਇਦਾ ਨਹੀਂ ਹੋ ਰਿਹਾ। ਪੰਜਾਬ ਦੇ ਵਿੱਚ ਕਿਸਾਨੀ ਫੇਲ ਹੋ ਰਹੀ ਹੈ, ਖਾਸ ਕਰਕੇ ਜਿਹੜਾ ਛੋਟਾ ਫਾਰਮਰ ਹੈ। ਜੇ ਉਹੀ ਉਹਨੂੰ ਨਾਲ ਉਹਨੂੰ ਟਾਈ ਅਪ ਕਰ ਦਿੱਤਾ ਜਾਵੇ ਗੁਰਦੁਆਰੇ ਦੇ ਨਾਲ ਵੀ ਭਾਈ ਤੂੰ ਇੱਥੇ ਤੂੰ ਸਬਜ਼ੀਆਂ ਲਾਉਣੀਆਂ ਤੇ ਇੱਥੇ ਆਰਗੈਨਿਕ ਚੀਜ਼ ਉਗਾਣੀ ਹੈ, ਇੱਕ ਤਾਂ ਉਹਨੂੰ ਗਾਹਕ ਮਿਲ ਗਿਆ ਤੇ ਤੁਹਾਨੂੰ ਸਹੀ ਚੀਜ਼ ਮਿਲ ਗਈ, ਉਹਨੂੰ ਵੀ ਇਕਨੋਮਿਕਲੀ ਫਾਇਦਾ ਹੋ ਗਿਆ, ਤੁਹਾਨੂੰ ਵੀ ਫਾਇਦਾ। ਮੈਨੇ ਇਟਸ ਅ ਵਿਨ ਵਿਨ ਸਿਚੁਏਸ਼ਨ। ਸੰਗਤ ਨੂੰ ਵੀ ਸਹੀ ਫਾਇਦਾ ਮਿਲ ਰਿਹਾ, ਗੁਰਦੁਆਰਾ ਦਾ ਵੀ ਕੰਮ ਸਹੀ ਹੋ ਰਿਹਾ, ਉਹਨੂੰ ਤੁਹਾਨੂੰ ਫਿਰ ਸ਼ਾਇਦ ਉਹਦੇ ਵਾਸਤੇ ਮਾਰਕੀਟ ਵੀ ਖੁੱਲ ਜਾਏਗੀ। ਬਿਲਕੁਲ। ਦੇਖੋ, ਮੈਂ ਇਹੀ ਕਹਿ ਰਿਹਾ ਕਿ ਜੇ ਸਪਲਾਈ ਵਧਾਵਾਂਗੇ ਤੇ ਡਿਮਾਂਡ ਵਧਾਵਾਂਗੇ ਤੇ ਸਪਲਾਈ ਆਏਗੀ। ਜੇ ਅਸੀਂ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਕਰ ਦਈਏ ਕੰਮ, ਤੇ ਸ਼੍ਰੋਮਣੀ ਕਮੇਟੀ ਕੋਲ ਇਸ ਵੇਲੇ 30 ਤੋਂ ਲੈ ਕੇ 40,000 ਏਕੜ ਜ਼ਮੀਨ ਹੈ ਸਾਰੇ ਪੰਜਾਬ 'ਚ। 200 ਏਕੜ ਇਹਨਾਂ ਕੋਲ ਕੀਰਤਪੁਰ ਸਾਹਿਬ ਦੀ ਜ਼ਮੀਨ ਪਈ ਹੈ। ਕਿਉਂ ਨਹੀਂ ਉੱਥੋਂ ਦਾ ਜਿਹੜਾ ਆਪਣਾ ਅਨੰਦਪੁਰ ਸਾਹਿਬ ਦਾ ਤੇ ਕੇਸਗੜ੍ਹ ਸਾਹਿਬ ਦਾ ਸਾਰਾ ਲੰਗਰ ਤੇ ਜਿੰਨੇ ਉਹਨਾਂ ਗੁਰਦੁਆਰਾ ਦਾ ਲੰਗਰ ਇੱਥੋਂ ਬਣਾ। ਵੈਰੀ ਨੋਵਲ ਕਨਸੈਪਟ, ਕਿਉਂਕਿ ਆਮ ਤੌਰ ਤੇ ਕਾਰਪੋਰੇਟ ਜਿਹੜੇ ਨੇ ਉਹ ਗਾਰੰਟੀ ਦੇ ਨਾਲ ਫਾਰਮਿੰਗ ਕਰਾਉਂਦੇ ਨੇ। ਅੱਜ ਤੱਕ ਇਹ ਨਹੀਂ ਸੋਚਿਆ ਗਿਆ ਕਿ ਗੁਰਦੁਆਰਾ ਵੀ ਕਿਸੇ ਨੂੰ ਗਾਰੰਟੀ ਦੇ ਕੇ ਫਾਰਮਿੰਗ ਕਰਾ ਸਕਦਾ, ਪਰ ਇਹ ਜ਼ਿਆਦਾ ਪੋਸੀਬਲ ਹੈ, ਜ਼ਿਆਦਾ ਸੌਖਾ ਆ, ਕਿਉਂਕਿ ਕਾਰਪੋਰੇਟ ਦਾ ਸ਼ਾਇਦ ਇਹ ਕਹਿ ਦੇਵੇ ਕਿ ਮੇਰੇ ਚਿਪਸ ਜ਼ਿਆਦਾ ਵਧੀਆ ਨਹੀਂ ਬਣ ਰਹੇ ਤੇਰੇ ਆਲੂਆਂ ਕਰਕੇ ਮੈਂ ਨਹੀਂ ਖਰੀਦਣੇ। ਗੁਰਦੁਆਰੇ ਨੇ ਇਹ ਨਖਰਾ ਨਹੀਂ ਮਾਰਨਾ, ਗੁਰਦੁਆਰਾ ਸਾਹਿਬ ਤਾਂ ਲੰਗਰ ਬਣਾਏਗਾ ਹੀ। ਬਿਲਕੁਲ ਬਿਲਕੁਲ। ਮੈਂ ਕਹਿੰਦਾ ਵੀ ਜਿੱਥੇ ਕਿਤੇ ਵੀ ਦੁਨੀਆ ਦੇ ਵਿੱਚ ਗੁਰਦੁਆਰਾ ਹੈ, ਤੁਹਾਡੇ ਇੱਥੇ ਨਿਊਯਾਰਕ ਦੇ ਵਿੱਚ ਤੁਸੀਂ ਨਿਊਯਾਰਕ ਸ਼ਹਿਰ ਤੋਂ ਬਾਹਰ ਚਲੇ ਜਾਓ, ਕਿਸੇ ਫਾਰਮਰ ਦੇ ਨਾਲ ਟਾਈ ਅਪ ਕਰ ਲਓ ਕਿ ਯਾਰ ਤੂੰ ਜ਼ਮੀਨ ਆਰਗੈਨਿਕ ਕ੍ਰੌਪ ਲੈ ਕੇ ਇੱਥੇ ਵੇਚ ਆ ਕੇ ਸੰਡੇ ਨੂੰ, ਤੇਰੀ ਸਾਰੀ ਉਹਦੀ ਚੀਜ਼ ਦੇਖੋ ਕਿੰਨੀ ਇਹ ਪਬਲਿਕ ਅਵੇਅਰਨੈਸ ਵੀ ਵਧੇਗੀ, ਤੁਹਾਡਾ PR ਕਿੰਨਾ ਵਧੀਆ। ਉਹ ਕਹਿਣਗੇ ਸਿੱਖ ਬੜੇ ਵਧੀਆ ਨੇ, ਕਿੱਦਾਂ ਦੇ ਕਸਟਮਰ ਨੇ, ਗੋਰੇ ਤੇ ਹੋਰ ਜਿਨ੍ਹਾਂ ਜਿਹੜੇ ਫਾਰਮਰਸ ਨਾਲ ਤੁਹਾਡਾ ਕਿਸੇ ਵੀ ਸਪੋਰਟ ਕਰੋ। ਤੁਸੀਂ ਇੱਕ ਲੋਕਲ ਫਾਰਮਰ ਨੂੰ ਸਪੋਰਟ ਕਰ ਰਹੇ ਹੋ, ਧਰਤੀ ਨੂੰ ਬਚਾਉਣ ਲਈ ਸਭ ਤੋਂ ਵਧੀਆ ਕਦਮ ਹੈ। ਤੁਸੀਂ ਤਾਂ ਗਰੋਸਰੀ ਲੈਣੀ ਹੈ, ਉਹ ਧਰਤੀ ਨੂੰ ਵੀ ਫਾਇਦਾ ਹੋਇਆ, ਫਾਰਮਰ ਨੂੰ ਵੀ ਫਾਇਦਾ ਹੋਇਆ। ਜਿੰਨੇ ਵੱਡੇ ਪੱਧਰ ਦੀ ਬਲਕ ਪਰਚੇਜ਼ ਗੁਰਦੁਆਰੇ ਹੋ ਰਹੀ ਹੈ, ਉਹ ਯਕੀਨਨ ਡਿਸਕਾਊਂਟਡ ਪਰਚੇਜ਼ ਹੀ ਹੋਏਗੀ। 6ਵਾਂ ਸਟੈਪ ਜਿਹੜਾ ਆ ਜਿਹਨੂੰ ਮੈਂ ਪੜ੍ਹ ਸਕਿਆ ਸੀ, ਉਹ ਸੀ ਸਾਡੇ ਆਪਣੇ ਗੁਰਦੁਆਰਿਆਂ ਦੇ ਵਿੱਚ ਵੀ, ਈਵਨ ਇੰਡੀਆ ਦੇ ਵਿੱਚ ਵੀ, ਬਾਕੀ ਥਾਵਾਂ ਤਾਂ ਹੈ ਹੀ ਹੈ ਕਿ ਅਸੀਂ ਬਹੁਤ ਸਾਰਾ ਰੀਸਾਈਕਲੇਬਲ ਜਾਂ ਨਾਨ ਰੀਸਾਈਕਲੇਬਲ ਵੀ ਡਿਸਪੋਜ਼ੇਬਲ ਪ੍ਰੋਡਕਟ ਯੂਜ਼ ਕਰ ਰਹੇ ਹਾਂ। ਉਹਦੇ ਤੇ ਅਸੀਂ ਬਹੁਤ ਸਖਤ ਕਦਮ ਲੈਣਾ ਚਾਹੁੰਦੇ ਹਾਂ। ਬਿਲਕੁਲ ਬਿਲਕੁਲ। ਦੇਖੋ ਜੀ, ਇੱਕ ਜਿਹੜਾ ਸਟਾਇਰੋਫੋਮ ਦਾ ਜਿਹੜਾ ਕੱਪ ਹੁੰਦਾ ਹੈ ਜਾਂ ਪਲੇਟ ਹੈ, ਉਹਨੂੰ 500 ਸਾਲ ਲੱਗਦੇ ਨੇ ਡੀਕੰਪੋਜ਼ ਹੋਣ ਨੂੰ। 500 ਸਾਲ। ਉਹ ਤੁਸੀਂ, ਉਹ ਤਾਂ ਜ਼ਹਿਰ ਹੈ, ਧਰਤੀ ਲਈ ਜ਼ਹਿਰ ਹੈ। ਉਹ ਜਦੋਂ ਤੁਸੀਂ ਧਰਤੀ ਦੇ ਵਿੱਚ ਥੱਲੇ ਗੱਡਦੇ ਉਹਦੇ ਵਿੱਚੋਂ ਕੈਮੀਕਲਸ ਨਿਕਲਣੇ ਨੇ, ਔਰ ਉਹਦਾ ਨੁਕਸਾਨ ਹੋਣਾ। ਆਉਣ ਵਾਲੀਆਂ ਜਨਰੇਸ਼ਨਸ ਤੱਕ ਅਸੀਂ ਉਹਦਾ ਜਿਹੜਾ ਨੁਕਸਾਨ ਛੱਡ ਕੇ ਜਾ ਰਹੇ ਹਾਂ। ਸੋ ਇਸ ਕਰਕੇ ਅਸੀਂ ਇਹ ਬੇਨਤੀ ਕਰ ਰਹੇ ਹਾਂ ਕਿ ਜਿੰਨੇ ਵੀ ਗੁਰਦੁਆਰਾ ਸਾਹਿਬ ਨੇ, ਜਿੰਨੇ ਕਾਰ ਸੇਵਾ ਵਾਲੇ ਬਾਬੇ ਨੇ, ਜਿੰਨੀਆਂ ਲੰਗਰ ਕਮੇਟੀਆਂ ਨੇ, ਜ਼ਬਰਦਸਤੀ ਅਸੀਂ ਲੰਗਰ ਛਕਾਉਂਦੇ ਆ ਹਾਈਵੇਜ਼ ਦੇ ਉੱਤੇ, ਰੱਬ ਦਾ ਵਾਸਤਾ ਇਹ ਯੂਜ਼ ਕਰਨੇ ਬੰਦ ਕਰੋ। ਪੱਤਲ ਯੂਜ਼ ਕਰੋ। ਜੇ ਪੱਤਲ ਨਹੀਂ ਯੂਜ਼ ਕਰਦੇ, ਪੱਤਲਾਂ 'ਚ ਲੰਗਰ ਖਾਦੇ, ਬਿਲਕੁਲ ਕਸੋਰੀਆਂ ਦੇ ਵਿੱਚ ਚਾਹ ਪੀਂਦੇ ਆਰਗੇਨਾਈਜ਼ ਹੋ ਗਏ ਆ ਕਿ ਅੱਜ ਦੀ ਡੇਟ 'ਚ ਅਸੀਂ ਪੱਤਲ ਨੂੰ ਕਿਤੇ ਗਿਣਦੇ ਹੀ ਨਹੀਂ। ਹਾਂਜੀ ਬਿਲਕੁਲ। ਜਦ ਕਿ ਅਮਰੀਕਾ ਦੀਆਂ ਕੁਝ ਯੂਨੀਵਰਸਿਟੀਜ਼ ਨੇ ਇੰਡੀਆ ਦੇ ਉਹਨਾਂ ਪੱਤਲਾਂ ਤੋਂ ਮੋਟੀਵੇਟ ਹੋ ਕੇ ਪੱਤਿਆਂ ਦੀਆਂ ਪਲੇਟਾਂ ਬਣਾਉਣੀਆਂ ਸ਼ੁਰੂ ਕੀਤੀਆਂ ਨੇ, ਜਿਹੜੀਆਂ ਡਿਸਪੋਜ਼ੇਬਲ ਵੀ ਨੇ ਪਰ এনवायरमेंट ਨੂੰ ਖਰਾਬ ਨਹੀਂ ਕਰ ਰਹੀਆਂ। ਅਸੀਂ ਹੁਣ ਛੱਡ ਚੁੱਕੇ। ਬਿਲਕੁਲ। ਔਰ ਅਸੀਂ ਉੱਥੇ ਈਵਨ ਇਹ ਵੀ ਪਤਾ ਕੀਤਾ ਜੀ ਵੀ ਗੰਨੇ ਦੀਆਂ ਪਲੇਟਾਂ ਨੇ, ਉਹ ਡੀਕੰਪੋਜ਼ ਆਪਣੇ ਆਪ ਹੋ ਜਾਂਦੀਆਂ ਨੇ। ਜਿਨ੍ਹਾਂ ਨੂੰ ਕਿਸੇ ਨੂੰ ਕੋਈ ਚੀਜ਼ ਇਦਾਂ ਦੀ ਚਾਹੀਦੀ ਹੈ, ਸਾਨੂੰ ਦੱਸੋ, ਅਸੀਂ ਉਹ ਤੁਹਾਡਾ ਸਿੱਧਾ ਕੰਟੈਕਟ ਕਰਵਾ ਸਕਦੇ ਹਾਂ। ਸਾਨੂੰ ਉਹਦੇ 'ਚ ਕੋਈ ਇਕਨੋਮਿਕ ਫਾਇਦਾ ਨਹੀਂ ਹੋਣਾ, ਪਰ ਅਸੀਂ ਚਾਹੁੰਦੇ ਹਾਂ ਕਿ ਜਿਹੜੇ ਇਦਾਂ ਦੇ ਵਿਚਾਰੇ ਵੀਰ ਚੰਗਾ ਕੰਮ ਕਰਨਾ ਚਾਹੁੰਦੇ ਨੇ, ਚੰਗਾ ਵਪਾਰ ਕਰਨਾ ਚਾਹੁੰਦੇ, ਉਹਨਾਂ ਨੂੰ ਵੀ ਸਪੋਰਟ ਮਿਲੇ, ਧਰਤੀ ਨੂੰ ਨੁਕਸਾਨ ਨਾ ਪਹੁੰਚੇ। ਇਹ ਜੇ ਅਸੀਂ ਗੁਰਦੁਆਰਿਆਂ ਤੋਂ ਆਵਾਜ਼ ਸ਼ੁਰੂ ਕਰਾਂਗੇ, ਆਪਣੇ ਘਰਾਂ ਤੱਕ ਲੈ ਜਾਾਂਗੇ, ਸਕੂਲਾਂ ਕਾਲਜਾਂ 'ਚ ਆਫਿਸਿਸ ਦੇ ਵਿੱਚ ਇਹ ਲੈ ਕੇ ਲੰਗਰ ਚਾ ਕੇ ਦੇਖਣਗੇ ਤੇ ਅਕਲ ਆਪਣੇ ਆਪ ਆਏਗੀ, ਲੈਕਚਰ ਦੇਣ ਦੀ ਲੋੜ ਨਹੀਂ। ਬਿਲਕੁਲ। ਹੁਣ ਅਸੀਂ ਆਪਣੇ ਗੁਰਦੁਆਰਾ ਸਾਹਿਬ ਵਾਸ਼ਿੰਗਟਨ DC ਦੇ ਵਿੱਚ ਅਸੀਂ ਉੱਥੇ ਮਸ਼ੀਨ ਲਗਾਈ ਹੈ। $17,000 ਦੇ ਵਿੱਚ ਸਾਡੀ ਉਹ ਐਸੀ ਵਧੀਆ ਮਸ਼ੀਨ ਮਿਲ ਗਈ ਹੈ ਜਿਹਦੇ ਵਿੱਚ ਹਰ 20 ਸੈਕਿੰਡ ਦੇ ਵਿੱਚ ਤੁਸੀਂ 20 ਪਲੇਟਾਂ ਧੋ ਸਕਦੇ ਹੋ, ਔਰ ਵਿਦਨ 45 ਮਿੰਟ ਸਾਰੀਆਂ 300 ਪਲੇਟਾਂ ਤੁਸੀਂ ਉਹ ਧੋ ਸਕਦੇ ਹੋ। ਆਪਣੇ ਆਪ ਡਰਾਈ ਕਰ ਦਿੰਦੀ ਹੈ। ਆਪਣੇ ਆਪ ਹੀ ਉਸ ਮਸ਼ੀਨ ਦੇ ਵਿੱਚ ਇਹੋ ਜਿਹਾ ਸਾਬਣ ਯੂਜ਼ ਕਰੀਦਾ ਜਿਹੜਾ ਕਿ ਡੀਕੰਪੋਜ਼ ਹੁੰਦਾ, ਜਿਹਦੇ ਨਾਲ ਕਿ ਸਮੁੰਦਰ ਦੇ ਵਿੱਚ ਵੀ ਮੱਛੀਆਂ ਨੂੰ ਨੁਕਸਾਨ ਨਹੀਂ ਪਹੁੰਚਦਾ। ਬਿਲਕੁਲ। ਸੋ ਇਹ ਹੁਣ ਮੈਨੂੰ ਹੁਣ ਇੱਕ ਗੱਲ ਯਾਦ ਆ ਗਈ ਹੈ।
ਕਿਸੇ ਨੂੰ ਨਹੀਂ ਪਤਾ ਕਿ ਦਰਬਾਰ ਸਾਹਿਬ ਦੀਆਂ ਜਿੰਨੀਆਂ ਚੱਦਰਾਂ ਨੇ ਉਹਨੂੰ ਜਿਹੜਾ ਸਾਬਣ ਹੈ ਉਹ ਇੰਨਾ ਘਟੀਆ ਸਾਬਣ ਯੂਜ਼ ਕੀਤਾ ਜਾ ਰਿਹਾ ਉਹਨੂੰ ਧੋਣ ਲਈ। ਸੋ ਇਹ ਸਾਰੇ ਕੌਨਸ਼ੀਅਸਨੈਸ ਦੇ ਨਾਲ ਹੀ ਚੇਂਜਸ ਹੋਣਗੇ। ਕਾਸਟ ਸੇਵਿੰਗ ਦੇ ਕਰਕੇ ਉਹ ਚੀਜ਼ਾਂ ਦੇ ਫੈਸਲੇ ਲੈਣੇ ਪੈਂਦੇ ਆ, ਪਰ ਉਹ ਫੈਸਲਿਆਂ ਦੇ ਵਿੱਚ ਥੋੜਾ ਜਿਹਾ ਮੈਨੂੰ ਲੱਗਦਾ ਹੈ ਕਿ ਕੱਲੇ ਦਰਬਾਰ ਸਾਹਿਬ ਨਹੀਂ, ਕੱਲੀ ਗੁਰਦੁਆਰਾ ਸਾਰੇ ਪਾਸੇ ਨਹੀਂ, ਹਰ ਥਾਂ ਘੱਟੋ ਘੱਟ ਇੱਕ ਟੀਮ ਜਾਂ ਇੱਕ ਸ਼ਖਸ ਐਸਾ ਹੋਣਾ ਚਾਹੀਦਾ ਜਿਹਨੂੰ এনवायरमेंट ਦੀ ਸਮਝ ਹੋਵੇ, ਜਿਹੜਾ ਉਹਦੇ ਬਾਰੇ ਰਿਸਰਚ ਕਰੇ ਔਰ ਤਾਜ਼ਾ ਅਪਡੇਟਸ ਲੈ ਸਕੇ। ਔਰ ਉਹ ਜਾਣਕਾਰੀਆਂ ਤੁਸੀਂ ਇਕੋਸਿਕ ਦੇ ਸਾਈਟ ਤੋਂ ਵੀ ਲੈ ਸਕਦੇ ਹੋ ਜਾਂ ਐਸੀਆਂ ਹੋਰ ਆਰਗੇਨਾਈਜੇਸ਼ਨਸ ਤੋਂ ਵੀ ਲੈ ਸਕਦੇ ਹੋ। ਮੈਂ ਤੁਹਾਡੇ ਰਾਹੀਂ ਵੈਸੇ ਇੱਕ ਅਪੀਲ ਕਰ ਸਕਾਂ? ਜੀ ਬਿਲਕੁਲ। ਅਪੀਲ ਮੇਰੀ ਇਹ ਹੈ, ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਇਸ ਪ੍ਰੋਗਰਾਮ ਨੂੰ ਦੇਖ ਰਹੇ ਹੋਣ, ਮੈਂ ਇਹਨਾਂ ਨੂੰ ਬੇਨਤੀ ਕਰਨਾ ਚਾਹਾਂਗਾ ਕਿ ਇੱਕ এনवायरमेंट ਡਿਪਾਰਟਮੈਂਟ ਉੱਥੇ ਹੋਣਾ ਚਾਹੀਦਾ SGPC ਦਾ। ਤੁਹਾਡੇ ਕੋਲ ਇੰਨੀ ਜ਼ਮੀਨ ਹੈ, ਇੰਨੇ ਗੁਰਦੁਆਰੇ ਨੇ, ਇੰਨਾ ਪ੍ਰਬੰਧ ਹੈ, ਕੋਈ এনवायरमेंट ਡਿਪਾਰਟਮੈਂਟ ਨਹੀਂ ਹੈ। ਔਰ ਉਹਦੇ ਨਾਲ ਕਿੰਨੀਆਂ ਚੇਂਜ ਇੰਪੈਕਟ ਸ਼ਾਇਦ ਗੁਰਦੁਆਰੇ ਹੀ ਦੇ ਸਕਦੇ ਨੇ। ਬਿਲਕੁਲ। ਆਖਰੀ 7ਵਾਂ ਸਟੈਪ ਕੀ ਹੈ? 7ਵਾਂ ਸਟੈਪ ਇਹੀ ਹੈ ਕਿ ਜੀ ਆਪਣੇ ਹੁਣ ਜਿੱਦਾਂ ਆਪਣੀ ਗੱਲਬਾਤ ਹੋਈ ਹੈ, ਇਹ ਕਨਵਰਸੇਸ਼ਨ ਸਾਨੂੰ ਹਰ ਥਾਂ ਦੇ ਉੱਤੇ ਕਰਨ ਦੀ ਲੋੜ ਹੈ। ਸਾਨੂੰ ਜਿਹੜੇ এনवायरमेंट ਦੇ ਐਕਸਪਰਟਸ ਨੇ, ਸਾਡੀ ਆਪਣੀ ਕਮਿਊਨਿਟੀ ਦੇ ਵਿੱਚ ਕਿੰਨੇ ਲੋਕਾਂ ਨੇ PhDs ਕੀਤੀਆਂ ਹੋਈਆਂ ਨੇ, ਕੰਮ ਕੀਤੇ ਹੋਏ ਨੇ, ਉਹਨਾਂ ਨੂੰ ਅਸੀਂ ਵਰਤੀਏ, ਉਹਨਾਂ ਨੂੰ ਕਹੀਏ ਵੀ ਆ ਕੇ ਸਾਨੂੰ ਦੱਸੋ ਜੀ ਅਸੀਂ ਕਿੱਦਾਂ ਆਪਣੇ ਅਫੇਅਰਸ ਠੀਕ ਕਰੀਏ। ਹਾਂਜੀ, ਸੋ ਇਹ ਜਿਹੜਾ ਇੱਕ ਸੈਮੀਨਾਰ ਕਰਨੇ ਜਾਂ ਐਜੂਕੇਸ਼ਨਲ ਵਰਕਸ਼ਾਪਸ ਲਗਾਉਣੀਆਂ, ਲੀਡਰਸ਼ਿਪ ਟ੍ਰੇਨਿੰਗ ਦੇਣੀ, ਆਪਣੇ ਨੌਜਵਾਨਾਂ ਨੂੰ ਅਸੀਂ ਕਿੱਦਾਂ ਐਡਵੋਕੇਟ ਬਣਾ ਸਕੀਏ ਕਿ ਤਾਂ ਕਿ ਉਹ এনवायरमेंट ਦੇ ਮੁੱਦੇ ਹੀ ਬਣ ਕੇ ਉਭਰਨ। ਹਾਂਜੀ, ਇਹ ਕੰਮ ਹੋ ਤਾਂ ਰਹੇ ਨੇ ਪਰ ਇਹ ਵੱਖਰੇ ਸੈਮੀਨਾਰ ਹਾਲ 'ਚ ਹੋ ਰਹੇ ਨੇ। ਤੁਸੀਂ ਕਹਿ ਰਹੇ ਹੋ ਕਿ ਗੁਰਦੁਆਰਾ ਸਾਹਿਬ ਦੀ ਸਟੇਜ ਤੇ ਪ੍ਰਚਾਰਕ ਦੀ ਥਾਂ ਤੇ এনवायरमेंट ਪ੍ਰੇਮੀ ਬੈਠੇ ਆ ਕੇ। ਬਿਲਕੁਲ, ਕਿਉਂ ਨਹੀਂ ਬੈਠੇ? ਔਰ ਜਿਹੜਾ ਮੈਂ ਕਹਿੰਦਾ ਵੀ ਜਿਹੜਾ ਪ੍ਰਚਾਰਕ ਹੈ ਉਹਨੂੰ ਵੀ এনवायरमेंट ਦੀ ਟ੍ਰੇਨਿੰਗ ਮਿਲਣੀ ਚਾਹੀਦੀ ਹੈ। ਅਸੀਂ ਉੱਥੇ ਗ੍ਰੰਥੀ ਟ੍ਰੇਨਿੰਗ ਪ੍ਰੋਗਰਾਮ ਸ਼ੁਰੂ ਕੀਤਾ ਵੀ ਜਿੰਨੇ ਸਾਡੇ ਨਵੇਂ ਗ੍ਰੰਥੀ ਪ੍ਰਚਾਰਕ ਪੈਦਾ ਹੋ ਰਹੇ ਨੇ, ਕਥਾਕਾਰ, ਉਹਨਾਂ ਨੂੰ ਇਹ ਗੱਲ ਸਮਝਾਉਣੀ ਚਾਹੀਦੀ ਹੈ ਉਹਨਾਂ ਨੂੰ ਵੀ ਜਦੋਂ ਕਥਾ ਕਰ ਰਹੇ ਨੇ ਉਹਦੇ ਵਿੱਚ ਜਿਹੜਾ ਰੈਫਰੈਂਸ ਹੈ ਉਹਨੂੰ ਕਿਸ ਤਰ੍ਹਾਂ ਕੰਬਾਈਨ ਕਰਕੇ ਅੱਜ ਦੇ ਮੁੱਦਿਆਂ ਦੇ ਨਾਲ ਜੋੜ ਕੇ ਗੁਰਬਾਣੀ ਨੂੰ ਸਮਝਾਉਣ ਦੀ ਗੱਲ ਕੀਤੀ ਜਾਵੇ। ਸੋ ਸ਼ਾਇਦ ਅਗਲੀ ਜਨਰੇਸ਼ਨ ਦਾ ਜਿਹੜਾ ਲਾਂਭਾ ਆਇਆ ਕਿ ਸਾਨੂੰ ਗੁਰਦੁਆਰੇ ਜਾ ਕੇ ਮਿਲਣਾ ਕੀ ਹੈ, ਸਵਾਏ ਦੇ ਕੇ ਚਾਂਸ ਹੈ ਕੋਈ ਨਾ ਕੋਈ ਪੱਗਾਂ ਲਾ ਦੇਣਗੇ ਇੱਕ ਦੂਜੇ ਦੀਆਂ, ਉਹਦੀ ਥਾਂ ਦੇ ਉੱਤੇ ਜਿਹਨਾਂ ਨੂੰ ਉਹਨਾਂ ਦੀ ਜ਼ਿੰਦਗੀ ਦੇ ਨਾਲ ਸੰਬੰਧਿਤ ਕੰਸਰਨਸ ਗੁਰਬਾਣੀ ਦੀ ਰੈਫਰੈਂਸ ਚੋਂ ਮਿਲਦੇ ਨੇ, ਪ੍ਰੈਕਟੀਕਲ ਰੈਫਰੈਂਸ ਚੋਂ ਮਿਲਦੇ ਨੇ, ਤਾਂ ਉਹ ਸਾਹਮਣੇ ਆਉਣਗੇ। ਇਹ ਜਿਹੜਾ ਟ੍ਰੇਨਿੰਗ ਪ੍ਰੋਗਰਾਮ ਹੈ ਕਿੰਨੀ ਕੁ ਦੇਰ ਦਾ ਹੈ, ਕਿੰਨੀ ਦੇਰ ਲੱਗਦੀ ਲੋਕਾਂ ਨੂੰ ਸਮਝਣ ਨੂੰ ਚੀਜ਼ਾਂ? ਅਸੀਂ ਇੱਕ ਦਿਨ ਦੇ ਵਿੱਚ ਪੂਰਾ ਟ੍ਰੇਨਿੰਗ ਦੇ ਸਕਦੇ ਹਾਂ। ਇੱਕ ਗ੍ਰੰਥ ਅਸੀਂ ਉੱਥੇ ਜਿੰਨੇ ਵੀ ਮਿਸ਼ਨਰੀ ਸਕੂਲਸ ਨੇ, ਜਿੱਥੇ ਵੀ ਪ੍ਰਚਾਰਕ ਸਕੂਲਸ ਨੇ, ਅਸੀਂ ਜਾ ਕੇ ਫੁੱਲ ਟ੍ਰੇਨਿੰਗ ਦਿੰਦੇ ਹਾਂ। ਸਾਡੇ ਕੋਲ ਪੂਰਾ ਪਾਵਰ ਪੁਆਇੰਟ ਬਣੀ ਹੋਈ ਹੈ। ਈਵਨ ਮੈਂ ਇਹ ਬੇਨਤੀ ਕਰਾਂਗਾ ਕਿ ਜਿਨ੍ਹਾਂ ਨੇ ਇਹ ਸਿੱਖ ਵਾਤਾਵਰਣ ਦਿਵਸ ਮਨਾਉਣਾ ਹੋਵੇ, ਉਹਨਾਂ ਨੂੰ ਜੇ ਮਟੀਰੀਅਲ ਨਹੀਂ ਹੈ ਉਹਨਾਂ ਕੋਲ, ਜਾਂ ਪੋਸਟਰ ਨਹੀਂ ਹੈ ਜਾਂ ਐਜੂਕੇਸ਼ਨ ਮਟੀਰੀਅਲ, ਸਾਰਾ ਵੈਬਸਾਈਟ ਦੇ ਉੱਤੇ ਤੁਸੀਂ ਡਾਊਨਲੋਡ ਕਰੋਗੇ, ਤੁਹਾਨੂੰ ਕੁਝ ਕਰਨ ਦੀ ਲੋੜ ਨਹੀਂ ਹੈ। ਪਾਵਰ ਪੁਆਇੰਟ ਬਣਿਆ ਹੋਇਆ, ਮੂਵੀ ਬਣੀ ਹੋਈ ਹੈ, ਸਾਰਾ ਕੁਝ ਤਿਆਰ ਹੈ ਮਟੀਰੀਅਲ। ਆਲ ਯੂ ਹੈਵ ਟੂ ਡੂ ਇਜ਼ ਜਸਟ ਕਲਿੱਕ ਦ ਬਟਨ ਐਂਡ ਗੈਟ ਐਵਰੀਥਿੰਗ। ਤੁਸੀਂ ਗੁਰਦੁਆਰਾ ਸਾਹਿਬ ਨੂੰ ਆਰਗੇਨਾਈਜ਼ ਕਰ ਸਕਦੇ ਹੋ, ਜਿੱਥੇ ਮਰਜ਼ੀ ਐਜੂਕੇਸ਼ਨਲ ਪ੍ਰੋਗਰਾਮ ਕਰ ਸਕਦੇ ਦੁਨੀਆ ਦੇ ਵਿੱਚ, ਪੰਜਾਬੀ ਦੇ ਵਿੱਚ ਵੀ ਹੈ, ਅੰਗਰੇਜ਼ੀ ਦੇ ਵਿੱਚ ਵੀ ਹੈ। ਸੋ ਅਸੀਂ ਇਸ ਚੀਜ਼ ਨੂੰ ਵੱਧ ਤੋਂ ਵੱਧ ਚਾਹੁੰਦੇ ਹਾਂ ਵੀ ਇਹ ਕੁਕਿੰਗ ਕਟਰ ਕੀ ਔਰ ਕੁਕੀ ਕਟਰ ਅਪਰੋਚ ਹੈ ਵੀ ਜਿੱਥੇ ਮਰਜ਼ੀ ਜਿਹੜਾ ਮਰਜ਼ੀ ਬੰਦਾ ਇਹਨੂੰ ਚੱਕ ਲਵੇ, ਇਸ ਮੁੱਦੇ ਨੂੰ ਅੱਗੇ ਤੋਰੇ। ਬਹੁਤ ਪਿਛਲੇ 3-4 ਸਾਲ ਤੋਂ ਜਦੋਂ ਮੈਂ ਲਗਾਤਾਰ ਇੰਟਰੈਕਟ ਕਰਨ ਦੀ ਕੋਸ਼ਿਸ਼ ਕਰਦਾ, ਸਪੈਸ਼ਲੀ ਅਗਲੀ ਜਨਰੇਸ਼ਨ ਦੇ ਨਾਲ, ਤਾਂ ਇਹ ਲਾਂਭਾ ਜ਼ਰੂਰ ਆਉਂਦਾ ਜਿਵੇਂ ਮੈਂ ਪਹਿਲਾਂ ਮੈਂਸ਼ਨ ਕੀਤੀ ਹੈ ਕਿ ਸਾਨੂੰ ਸਾਡੀ ਜ਼ਿੰਦਗੀ ਨਾਲ ਰੈਲੇਵੈਂਟ ਚੀਜ਼ਾਂ ਦੇ ਲਈ ਕੋਈ ਸੁਨੇਹਾ ਨਹੀਂ ਮਿਲ ਰਿਹਾ। ਨੰਬਰ 2 ਇਹ ਗੱਲ ਆਉਂਦੀ ਹੈ ਕਿ ਪੰਜਾਬੀ ਜੇ ਗੁਰਦੁਆਰਿਆਂ 'ਚ ਬੋਲੀ ਜਾ ਰਹੀ ਹੈ ਤਾਂ ਸਾਨੂੰ ਸਾਡੀ ਭਾਸ਼ਾ 'ਚ ਅੰਗਰੇਜ਼ੀ 'ਚ ਕਨਸੈਪਟ ਸਮਝਾਉਣ ਵਾਲੇ ਲੋਕ ਨਹੀਂ ਮਿਲ ਰਹੇ। ਸੋ ਟ੍ਰੇਨਿੰਗ ਜਿਹੜੀ ਹੈ ਔਰ ਉਸ ਗੱਲ ਦਾ ਸੰਵਾਦ, ਡਿਬੇਟ, ਗੁਰਬਾਣੀ ਬਾਬੇ ਨਾਨਕ ਤੋਂ ਸ਼ੁਰੂ ਹੋ ਕੇ ਆਖਰੀ ਸਮੇਂ ਤੱਕ ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਸੌਂਪੀ ਗਈ ਉਦੋਂ ਤੱਕ ਸੰਵਾਦ ਦੀ ਗੱਲ ਹੁੰਦੀ ਆਈ ਹੈ। ਜੰਗ ਇੱਕ ਬਹੁਤ ਛੋਟਾ ਹਿੱਸਾ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਜ਼ਿੰਦਗੀ ਦਾ ਵੀ, ਔਰ ਉਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਤੁਹਾਨੂੰ ਲਗਾਤਾਰ ਸੰਵਾਦ ਦਾ ਸੁਨੇਹਾ ਦਿੰਦਾ ਹੈ, ਪਰ ਅਸੀਂ ਸੰਵਾਦ ਛੱਡ ਕੇ ਡਾਂਗਾ ਸੋਟਿਆਂ 'ਚ ਜ਼ਿਆਦਾ ਪੈ ਗਏ। ਬਿਲਕੁਲ, ਤੁਸੀਂ ਵਾਪਸ ਉਸ ਸੰਵਾਦ ਵੱਲ ਸੱਦਾ ਦੇ ਰਹੇ। ਬਿਲਕੁਲ, ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਕਿ ਜਿਹੜਾ ਸਿੱਖ ਹੈ, ਸਿੱਖ ਦਾ ਜਿਹੜਾ ਹਰ ਰੋਜ਼ ਜਿਹੜੀ ਚੀਜ਼ ਨੂੰ ਅਸੀਂ ਰਿਪੀਟ ਕਰਦੇ ਹਾਂ ਉਹਨੂੰ ਅਸੀਂ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਇਸ ਕਨਸੈਪਟ ਨੂੰ ਅਸੀਂ ਦੁਨੀਆ ਦੇ ਵਿੱਚ ਜੇ ਪ੍ਰਚਾਰ ਦਿੰਦੇ ਹਾਂ ਤੇ ਇਹ ਦਿਖਾ ਦਿੰਦੇ ਹਾਂ ਕਿ ਸਿੱਖ ਜਿਹੜੇ ਨੇ ਉਹ ਵਾਤਾਵਰਣ ਪ੍ਰੇਮੀ ਨੇ ਤੇ ਵਾਤਾਵਰਣ ਤੇ ਧਰਤੀ ਨੂੰ ਬਚਾਉਣ ਲਈ ਵਚਨਬੱਧ ਨੇ, ਕਿਉਂਕਿ ਉਹਨਾਂ ਦੇ ਗੁਰੂ ਨੇ ਉਹਨਾਂ ਨੂੰ ਕਿਹਾ ਹੋਇਆ। ਤੇ ਦੇਖੋ ਸਾਡੀ ਸਾਰੀ ਦੇਖੀ ਸਾਰੀ ਚੇਂਜ ਹੋ ਜਾਂਦੀ। ਹਾਂਜੀ, ਦੁਨੀਆ ਦੇ ਵਿੱਚ ਹੋਰ ਕਿਸੇ ਧਰਮ ਦੇ ਕੋਲ ਆਪਣਾ ਵਾਤਾਵਰਣ ਦਿਵਸ ਨਹੀਂ ਹੈਗਾ। ਵੀ ਆਰ ਦੀ ਓਨਲੀ ਕਮਿਊਨਿਟੀ ਨਾਓ ਵੀ ਆਰ ਸੈਲੀਬ੍ਰੇਟਿੰਗ। ਇਹ ਆਪਣੇ ਆਪ 'ਚ ਬਿਲਕੁਲ, ਇਹ ਆਪਣੇ ਆਪ 'ਚ ਬਹੁਤ ਵੱਡੀ ਡਿਵੈਲਪਮੈਂਟ ਹੈ। ਔਰ ਇਹਦੀ ਤੁਸੀਂ ਸਾਨੂੰ ਕਈ ਜਿਊਜ਼ ਨੇ ਵੀ ਕਿਹਾ, ਕਈ ਕ੍ਰਿਸਚੀਅਨਸ ਨੇ ਵੀ ਕਿਹਾ, ਉਹ ਆਈ ਵਿਸ਼ ਕਿ ਦੇਰ ਇਜ਼ ਅ ਜੂਇਸ਼ ਇਨਵਾਇਰਮੈਂਟ ਡੇ, ਉਹ ਆਈ ਵਿਸ਼ ਦੇਰ ਵਾਜ਼ ਅ ਕ੍ਰਿਸਚੀਅਨ ਇਨਵਾਇਰਮੈਂਟ ਡੇ। ਸਾਨੂੰ ਇਸ ਕਦਮ ਨੂੰ ਚੁੱਕ ਕੇ ਦੇਖ ਕੇ
ਹਿੰਦੂ ਕਮਿਊਨਿਟੀ ਵੱਲੋਂ ਇੱਕ এনवायरमेंट ਵੀਕ ਡਿਕਲੇਅਰ ਕੀਤਾ ਗਿਆ ਸ਼ਿਵਰਾਤਰੀ ਦੇ ਦੌਰਾਨ, ਪਰ ਹਾਲੇ ਉਸ ਨੂੰ ਉੱਪਰ ਉਹ ਹਾਲੇ ਉਸ ਲੈਵਲ ਦੀ ਸਕਸੈਸ ਦੇ ਵਿੱਚ ਨਹੀਂ ਪਹੁੰਚਿਆ। ਪਰ ਮੈਂ ਕਹਿੰਦਾ ਵੀ ਇਹ ਪਹਿਲ ਕਦਮੀ ਸਾਡੇ ਵੱਲੋਂ ਕੀਤੀ ਗਈ ਹੈ, ਤੇ ਜੇ ਅਸੀਂ ਇਸ ਨੂੰ ਹੋਰ ਉਭਾਰਦੇ ਹਾਂ ਇੰਟਰਨੈਸ਼ਨਲੀ ਮੀਡੀਆ ਰਾਹੀਂ, ਸੋਸ਼ਲ ਮੀਡੀਆ ਰਾਹੀਂ, ਤੇ ਇਹਦਾ ਇੰਪੈਕਟ, ਪੋਜ਼ਿਟਿਵ ਇੰਪੈਕਟ ਬਹੁਤ ਜ਼ਿਆਦਾ। ਪਹਿਲੇ ਐਪੀਸੋਡ ਦੀ ਇੰਟਰੋਡਕਸ਼ਨ ਦੌਰਾਨ ਜਦੋਂ ਮੈਂ ਗੱਲ ਕੀਤੀ ਸੀ ਉਹੀ ਸੀ ਕਿ ਇਕੱਲੇ ਪੰਜਾਬ 'ਚ ਨਹੀਂ ਜਾਂ ਇਕੱਲੀਆਂ ਜਿੱਥੇ ਸਿੱਖ ਮੌਜੂਦ ਨੇ ਉਹਨਾਂ ਥਾਵਾਂ 'ਚ ਨਹੀਂ, ਵਰਲਡ ਲੈਵਲ ਦੇ ਉੱਤੇ ਉਸ ਫਿਲਾਸਫੀ ਨੂੰ ਅਗਾਂਹ ਤੋਰਨ ਦੇ ਵਾਸਤੇ ਸਿੱਖ ਭਾਈਚਾਰਾ ਜਿਹੜਾ ਗਾਈਡ ਤੇ ਰੋਲ ਮਾਡਲ ਬਣ ਸਕਦਾ ਆ। ਉਹੀ ਗੱਲ ਡਾਕਟਰ ਰਾਜਵੰਤ ਨੇ ਇਸ ਵੇਲੇ ਕੀਤੀ ਆ। ਡਾਕਟਰ ਸਾਹਿਬ ਲਗਾਤਾਰ ਲੰਮਾ ਅਰਸਾ ਸਾਡੇ ਨਾਲ ਬੈਠੇ ਰਹੇ ਨੇ ਇਸ ਚਰਚਾ ਨੂੰ ਅੱਗੇ ਵਧਾਉਣ ਦੇ ਵਾਸਤੇ, ਔਰ ਜੋ ਜਾਣਕਾਰੀ ਦਿੱਤੀ ਹੈ ਮੈਨੂੰ ਉਮੀਦ ਹੈ ਕਿ ਬਹੁਤ ਥੋੜਾ ਸਮਾਂ ਬਾਕੀ ਹੈ ਤੁਹਾਡੇ ਕੋਲ। 14 ਮਾਰਚ ਨੂੰ ਇਹ ਦਿਨ ਮਨਾਇਆ ਜਾਣਾ, ਸੋ ਜਿੰਨੇ ਲੋਕ ਜ਼ਿਆਦਾ ਇਸ ਕੰਟਰੀਬਿਊਟ ਕਰ ਸਕਦੇ ਨੇ। ਧਰਮ ਦੇ ਫਲਸਫੇ ਦੇ ਵਿੱਚ ਆਪਸੀ ਵਿਚਾਰਧਾਰਕ ਸਾਂਝ ਵੀ ਹੋ ਸਕਦੀ ਹੈ ਤੇ ਲੜਾਈ ਵੀ ਹੋ ਸਕਦੀ ਹੈ, ਪਰ ਆਪਣੇ ਚੁਗਿਰਦੇ ਨੂੰ ਬਚਾਉਣਾ ਸਭ ਵਾਸਤੇ ਜ਼ਰੂਰੀ ਹੈ। ਬੈਸਾਂ ਜੋ ਕਿ ਤਾਂ ਰਹੋਗੇ ਜੇ ਧਰਤੀ ਬਚੇਗੀ। ਸੋ ਉਹ ਸੱਦਾ ਜਿਹੜਾ ਡਾਕਟਰ ਸਾਹਿਬ ਦਾ ਉਹਨੂੰ ਜ਼ਰੂਰ ਕਬੂਲ ਕਰਿਓ। ਮੈਨੂੰ ਇਹ ਉਮੀਦ ਹੈ ਕਿ ਇਸ ਵਾਰ ਦੇ ਵਰਲਡ এনवायरमेंट ਡੇ ਨੂੰ ਬਹੁਤ, ਜਿਹੜਾ ਸਿੱਖ এনवायरमेंट ਡੇ ਨੂੰ ਹੈ, ਬਹੁਤ ਵੱਡੇ ਪੱਧਰ ਤੇ ਸੈਲੀਬ੍ਰੇਟ ਕੀਤਾ ਜਾਏਗਾ। ਫਿਲਹਾਲ ਡਾਕਟਰ ਸਾਹਿਬ ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਸੋ ਮਚ। ਔਰ ਅਗਲੇ ਐਪੀਸੋਡ ਦੇ ਵਿੱਚ ਫਿਰ ਕਿਸੇ ਹੋਰ ਇਸ਼ੂ ਦੇ ਨਾਲ ਤੁਹਾਡਾ ਮਿਲਾਂਗੇ। ਫਿਲਹਾਲ ਧੰਨਵਾਦ।